Student, next is theorem of perpendicular axis. ठीक है, theorem of perpendicular axis means ਜੇ ਤੁਹਾਨੂੰ ਦੋ ਐਕਸਿਸ ਦੇ ਅਰਾਊਂਡ ਮੂਵਮੈਂਟ ਆਫ ਇਨਰਸ਼ੀਆ ਪਤਾ, ਜਿਹੜੇ ਐਕਸਿਸ ਦੇ ਅਰਾਊਂਡ ਬਾਡੀ ਰੋਟੇਟ ਕਰ ਰਹੀ ਆ, ਇੱਕ ਐਕਸ ਐਕਸਿਸ ਫॉर ਐਗਜ਼ਾਮਪਲ ਇੱਧਰ, ਜਿਵੇਂ ਇੱਧਰ ਐਕਸ ਐਕਸਿਸ ਆ, ਇੱਧਰ ਵਾਈ ਐਕਸਿਸ, ਇੱਧਰ ਜ਼ੈਡ ਐਕਸਿਸ ਆ, ਤੁਹਾਨੂੰ ਕੋਈ ਦੋ ਪਹਿਲਾਂ ਤੇ ਪਹਿਲੀ ਗੱਲ ਤਿੰਨੇ ਐਕਸਿਸ ਹੋਣੇ ਕਿਤੇ ਪਰਪੈਂਡੀਕੂਲਰ ਹੋਣੇ ਚਾਹੀਦੇ, ਐਕਸ ਵਾਈ ਤੇ ਜ਼ੈਡ। ਜੇ ਤਿੰਨੇ ਐਕਸਿਸ ਪਰਪੈਂਡੀਕੂਲਰ ਆ, ਤੁਹਾਨੂੰ ਦੋ ਐਕਸਿਸ ਦੇ ਅਰਾਊਂਡ ਤੁਹਾਨੂੰ ਮੂਵਮੈਂਟ ਆਫ ਇਨਰਸ਼ੀਆ ਪਤਾ, ਤੇ ਥਰਡ ਐਕਸਿਸ ਤੁਸੀਂ ਪਤਾ ਕਰ ਸਕਦੇ ਜੀ। ਕਿਵੇਂ? ਕਿਉਂਕਿ ਜਿਵੇਂ ਫॉर ਐਗਜ਼ਾਮਪਲ ਪਹਿਲਾਂ ਇਹ ਕੰਡੀਸ਼ਨ ਹੈ ਕਿ ਤਿੰਨੇ ਪਰਪੈਂਡੀਕੂਲਰ ਹੋਣੇ ਚਾਹੀਦੇ ਆ। ਇਹਦੇ ਅਰਾਊਂਡ ਮੂਵਮੈਂਟ ਆਫ ਇਨਰਸ਼ੀਆ ਤੁਹਾਨੂੰ ਪਤਾ ਕਿੰਨਾ ਹੋ ਜਾਏਗਾ, ਆਈ ਐਕਸ ਹੈ ਨਾ, ਕੰਸੀਡਰ ਕੀਤਾ। ਇਹਦੇ ਅਲੋਂਗ ਆਈ ਜ਼ੈਡ ਹੋਏਗਾ, ਇਹਦੇ ਅਲੋਂਗ ਆਈ ਵਾਈ ਹੋਏਗਾ। ਤੁਹਾਨੂੰ 2 ਦੇ ਅਰਾਊਂਡ ਪਤਾ, ਫॉर ਐਗਜ਼ਾਮਪਲ ਵਾਈ ਅਤੇ ਜ਼ੈਡ ਦੇ ਅਰਾਊਂਡ ਤੁਹਾਨੂੰ ਪਤਾ ਮੂਵਮੈਂਟ ਆਫ ਇਨਰਸ਼ੀਆ ਆਫ ਬੋਡੀ, ਠੀਕ ਆ। ਤੁਸੀਂ ਐਕਸ ਦੇ ਅਰਾਊਂਡ ਫਾਈਂਡ ਕਰਨਾ ਚਾਹੁੰਦੇ ਜੀ, ਸੋ ਕਿਹਦੇ ਕੋਲ ਆ ਜਾਏਗਾ, आई एक्स इज इक्वल टू आई एक्स आई वाई प्लस आई जेड। मतलब एक एक्स ਦੇ ਤਿੰਨੇ ਪਰਪੈਂਡੀਕੂਲਰ ਆ, ਦੋ ਦੇ ਰਾਊਂਡ ਪਤਾ, ਉਹਨਾਂ ਨੂੰ ਪਲੱਸ ਕਰ ਦਿਓ, ਤੀਜੇ ਦਾ ਮੂਵਮੈਂਟ ਆਫ ਇਨਰਸ਼ੀਆ ਆ ਜਾਏਗਾ ਥਰਡ ਦੇ ਰਾਊਂਡ। ਓਕੇ, ਨੈਕਸਟ ਇਜ਼ ਜਿਵੇਂ ਦੇਖੋ ਵਾਈ ਦਾ ਪਤਾ ਕਰਨਾ, ਕਿਹਦੇ ਕੋਲ ਆ ਜਾਏਗਾ, आई एक्स प्लस आई जेड। ਥਰਡ ਹੈ ਨਾ, आई जेड ਦੇ ਰਾਊਂਡ ਪਤਾ ਕਰਨਾ, आई एक्स प्लस आई वाई। ਜੇ ਤੁਹਾਨੂੰ आई एक्स ਦੇ ਰਾਊਂਡ ਪਤਾ ਮੂਵਮੈਂਟ ਆਫ ਇਨਰਸ਼ੀਆ ਬੋਡੀ ਦਾ, आई वाई ਦੇ ਰਾਊਂਡ ਪਤਾ, ਤੇ आई जेड ਦੇ ਰਾਊਂਡ ਕਿੱਦਾਂ ਪਤਾ ਕਰੋਗੇ, ਦੋਨਾਂ ਨੂੰ ਕਰ ਦੋਗੇ ਐਡ। ਕੀ ਕਰ ਦੋਗੇ? ਐਡ। ਠੀਕ ਆ, ਠੀਕ ਆ ਸਟੂਡੈਂਟਸ। ਸੋ ਇਹਦੀ ਸਟੇਟਮੈਂਟ ਕੀ ਹੋਏਗੀ, according to theorem of perpendicular axis the moment of inertia of a plane lamina means 2D body about any axis OZ perpendicular to the plane of the lamina is equal to sum of moment of inertia of lamina about any two mutually perpendicular axes OX and OY in the plane of lamina meeting at a point where the given axis OZ passes through the lamina। ਇਹ ਤੁਸੀਂ ਮੈਨੂੰ ਪਤਾ ਡੈਫੀਨੇਟਲੀ ਤੁਸੀਂ ਇਹ ਸਟੇਟਮੈਂਟ ਪੜ੍ਹ ਕੇ ਕਨਫਿਊਜ਼ ਹੋਣਾ, ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ, ਜੋ ਹੈਗਾ ਇਹਨੂੰ ਆਪਣੀ ਵਰਡਿੰਗ 'ਚ ਲਿਖ ਦਿਓ। ਠੀਕ ਹੈ, ਇਹਦੀ ਸਟੇਟਮੈਂਟ ਆ, ਪਤਾ ਲੱਗ ਗਿਆ ਨਾ। ਫॉर ਐਗਜ਼ਾਮਪਲ ਤੁਹਾਨੂੰ ਇਹਨਾਂ ਦੋਵਾਂ ਦੇ ਰਾਊਂਡ ਮੂਵਮੈਂਟ ਆਫ ਇਨਰਸ਼ੀਆ ਪਤਾ ਬੋਡੀ ਦਾ, ਥਰਡ ਜਿਹੜਾ ਇਹ ਵੀ ਦੋਨੋਂ ਇੱਕ ਆਪਸ ਵਿੱਚ ਪਰਪੈਂਡੀਕੂਲਰ ਆ, ਥਰਡ ਜਿਹੜਾ ਉਹ ਵੀ ਇਹਨਾਂ ਤਿੰਨਾਂ ਦੇ ਕੀ ਦੋਨਾਂ ਦੇ ਕਿਹਾ ਪਰਪੈਂਡੀਕੂਲਰ। ਅਤੇ ਇਹਦੇ ਰਾਊਂਡ ਕਿੱਦਾਂ ਪਤਾ ਕਰੋਗੇ, ਇਹਨਾਂ ਦਾ ਜੋ ਮੂਵਮੈਂਟ ਆਫ ਇਨਰਸ਼ੀਆ ਇਹਦਾ ਹੈਗਾ ਪਲੱਸ ਇਹਦਾ, ਉਹ ਦੋਨੋਂ ਪਲੱਸ ਕਰ ਦੋਗੇ, ਤੁਹਾਡਾ ਇਹਦੇ ਰਾਊਂਡ ਮੂਵਮੈਂਟ ਆਫ ਇਨਰਸ਼ੀਆ ਆਪਣੇ ਆਪ ਆ ਜਾਏਗਾ। ਡਾਇਰੈਕਟ ਫਾਰਮੂਲਾ ਫਾਈਂਡ ਕਰ ਲਓ। ਠੀਕ ਆ, ਇਹਦਾ ਪ੍ਰੂਫ ਦਿੱਤਾ ਗਿਆ, ਦੇਖੋ ਸੁਣੋ ਇਹਦਾ ਪ੍ਰੂਫ ਕੀ ਹੈਗਾ। ਜਿਵੇਂ ਐਕਸ ਐਕਸਿਸ ਦੇ ਵੱਲ ਕੋਈ ਮਾਸ ਐਮ ਆ ਇੱਥੇ, ਠੀਕ ਆ, ਉਹਦਾ ਮੂਵਮੈਂਟ ਆਫ ਇਨਰਸ਼ੀਆ ਆਪਾਂ ਫਾਈਂਡ ਕਰਨਾ, ਨੰਬਰ ਆਫ ਮਾਸਿਸ ਹੈਗੇ ਪਾਰਟੀਕਲ ਹੈ ਨਾ, ਰਿਜਿਡ ਬੋਡੀ ਉਹਦੇ ਮਾਸ M1 M2 M3 M4, ਠੀਕ ਆ, ਕਾਫੀ ਸਾਰੇ ਹੈਗੇ ਮਾਸਿਸ। ਠੀਕ ਆ, ਉਹਦਾ ਪਰਪੈਂਡੀਕੂਲਰ ਡਿਸਟੈਂਸ ਵਾਈ ਦੇ ਲੌਂਗ ਕਿੰਨਾ ਹੋਊਗਾ, ਸੌਰੀ ਇਹ ਹੁਣ ਐਕਸ ਐਕਸਿਸ ਵੱਲ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਕਰਨਾ, ਇੱਧਰ ਐਕਸ ਐਕਸਿਸ ਵਾਲਾ ਮਾਸ ਆਪਣਾ ਇੱਥੇ ਹੈ M। ਠੀਕ ਹੈ, ਜਿਵੇਂ ਇਹ ਐਕਸ ਐਕਸਿਸ ਆ, ਇਹ ਵਾਈ ਆ, ਅਤੇ ਇਹ ਜ਼ੈਡ ਐਕਸਿਸ ਆ। ਠੀਕ ਆ, ਇੱਦਾਂ ਕਰਨਾ, ਮਾਸ ਇੱਥੇ ਕਿਤੇ ਪਿਆ। ਠੀਕ ਆ, ਹੁਣ ਅਸੀਂ ਐਕਸ ਐਕਸਿਸ ਦੇ ਰਾਊਂਡ ਫਾਈਂਡ ਕਰਨਾ ਨਾ, ਐਕਸ ਐਕਸਿਸ ਦੇ ਰਾਊਂਡ ਫਾਈਂਡ ਕਰਨਾ, ਇਹ ਐਕਸ ਆ ਵਾਈ ਐਕਸਿਸ ਆ, ਐਕਸ ਐਕਸਿਸ ਦੇ ਰਾਊਂਡ ਫਾਈਂਡ ਕਰਨਾ, ਮਾਸ ਇੱਥੇ ਪਿਆ, ਇਹਦਾ ਪਰਪੈਂਡੀਕੂਲਰ ਡਿਸਟੈਂਸ ਕਿੱਧਰ ਹੋਏਗਾ, ਇਸ ਐਕਸਿਸ ਦੇ ਰਾਊਂਡ ਫਾਈਂਡ ਕਰਨਾ ਹੈ। ਹੁਣ ਇਹ ਕਿਹਦੇ ਪੈਰਲਲ ਆ, ਐਕਸ ਦੇ ਵਾਈ ਦੇ ਪੈਰਲਲ ਆ ਨਾ, y1 ਹੈ ਨਾ, M1 y1 ਸਕੁਅਰ ਪਲੱਸ M2 y2 ਸਕੁਅਰ ਪਲੱਸ ਡੈਡਾ ਡੈਸ਼ MN yn। ਠੀਕ ਹੈ ਬੇਟਾ, ਨੈਕਸਟ ਮੂਵਮੈਂਟ ਆਫ ਇਨਰਸ਼ੀਆ ਅਬਾਊਟ ਵਾਈ ਐਕਸਿਸ। ਦੇਖੋ ਮਾਸ ਇੱਥੇ ਪਿਆ, ਹੁਣ ਇਹਦਾ ਪਰਪੈਂਡੀਕੂਲਰ ਡਿਸਟੈਂਸ ਕਿੱਧਰ ਹੋਏਗਾ, ਇੱਧਰ ਹੋਏਗਾ ਨਾ ਪਰਪੈਂਡੀਕੂਲਰ ਡਿਸਟੈਂਸ, 90 ਡਿਗਰੀ ਐਂਗਲ ਬਣਨਾ ਚਾਹੀਦਾ ਉਹਦਾ। ਠੀਕ ਆ, ਇੱਧਰ ਹੁਣ ਇਹ ਕਿਹਦੇ ਪੈਰਲਲ ਆ, ਐਕਸ ਐਕਸਿਸ ਦੇ ਪੈਰਲਲ ਆ, x1 ਆ ਗਿਆ M1 x1 ਸਕੁਅਰ ਪਲੱਸ ਮਾਸ M2 ਤੋਂ ਕੀ ਹੋਊਗਾ x2 ਸਕੁਅਰ ਪਲੱਸ ਡੈਸ਼ ਡੈਸ਼ MN xn ਸਕੁਅਰ। ਠੀਕ ਆ, ਹੁਣ ਆਪਾਂ ਇਹਨੂੰ ਕੀ ਕਰਦੇ ਹਾਂ, ਪਲੱਸ ਕਰਦੇ ਹਾਂ, ਕਿਉਂਕਿ ਜ਼ੈਡ ਦੇ ਰਾਊਂਡ ਆਪਾਂ ਫਾਈਂਡ ਕਰਨਾ ਨਾ, ਆਈ ਜ਼ੈਡ ਦੇ ਰਾਊਂਡ, ਇਹਨਾਂ ਦੋਨਾਂ ਨੂੰ ਪਲੱਸ ਕਰਦੇ ਹਾਂ, ਆਈ ਐਕਸ ਪਲੱਸ ਆਈ ਜ਼ੈਡ। ਠੀਕ ਹੈ, आई एक्स प्लस आई वाई। ਹੁਣ ਦੇਖੋ ਸਮੇਸ਼ਨ ਮੈਂ ਤਾਂ ਲਿਖਤਾ, ਉੱਥੇ ਲਿਖਿਆ ਨਾ M1 y1 ਸਕੁਅਰ ਪਲੱਸ M2 y2 ਸਕੁਅਰ ਪਲੱਸ ਡੈਡਾ ਡੈਸ਼ MN yn ਸਕੁਅਰ, ਉਹ ਮੈਂ ਸਮੇਸ਼ਨ ਲਿਖਤਾ, ਤੁਹਾਨੂੰ ਦੱਸਿਆ ਜਦੋਂ ਵੀ ਆਪਾਂ ਲਿਖਣਾ ਪਲੱਸ ਹੈ ਨਾ, ਪਲੱਸ ਵਾਸਤੇ ਸਮੇਸ਼ਨ ਲਿਖੀ ਦਾ, ਪਲੱਸ ਇਕੁਏਸ਼ਨ ਪਲੱਸ ਕੀਤੀ ਨਾ, x ਪਲੱਸ आई वाई ਆ ਉਹਦਾ ਆ ਗਿਆ। ਹੁਣ ਦੇਖੋ ਐਕਸ ਵਾਈ ਅਤੇ ਜ਼ੈਡ ਤੇ ਨੇ ਕਿ ਅੱਗੇ ਪਰਪੈਂਡੀਕੂਲਰ,
ठीक है, ਤਿੰਨ ਕੀ ਹੈਗੇ ਆ ਪਰਪੈਂਡੀਕੂਲਰ। ਐਮ ਆਈ ਕਾਮਨ ਆ ਜਾਏਗਾ, ਵਾਈ ਆਈ ਸਕੇਅਰ ਪਲੱਸ ਐਕਸ ਆਈ ਸਕੇਅਰ। ਹੁਣ ਇਹ ਕਿਹਦੇ ਇਕੁਅਲ ਆਏਗਾ, ਕਿਹਦੇ ਇਕੁਅਲ ਆਏਗਾ ਤੁਸੀਂ ਮੈਨੂੰ ਦੱਸੋ। ਇੱਦਾਂ ਸੀ ਨਾ, ਦੇਖੋ ਐਕਸ ਐਕਸਿਸ ਇੱਧਰ ਸੀ, ਵਾਈ ਇੱਧਰ ਸੀ, ਐਕਸ ਆਈ ਕਿੱਧਰ ਹੋਊਗਾ, ਇੱਧਰ ਹੋਏਗਾ, ਵਾਈ ਆਈ ਇੱਧਰ ਹੋਏਗਾ, ਹੈ ਨਾ। ਮੈਂ ਐ ਬਣਾਤਾ, ਇਹ ਟਰਾਇੰਗਲ, ਇਹ ਡਿਸਟੈਂਸ ਆ ਗਿਆ, ਇਹ ਕਿਹਦੇ ਕੋਲ ਹੋਏਗਾ, ਆੜਾ ਕਿਹਦੇ ਕੋਲ ਹੋਏਗਾ ਦੱਸੋ ਬੇਟਾ। ਕੀ ਲਗਾਓਗੇ ਤੁਸੀਂ, ਵਾਈ ਆਈ ਆ, ਵਾਈ ਆਈ ਆ ਨਾ, ਤੇ ਆ ਐਕਸ ਆਈ ਹੈ, ਪਾਇਥਾਗੋਰਸ ਲਗਾ ਦੋਗੇ, ਆ ਵਾਈ ਆਈ ਦੇ ਕੋਲ ਹੋਏਗਾ ਨਾ ਇੰਨਾ, ਬੇਸ ਪਰਪੈਂਡੀਕੂਲਰ ਹਾਈਪੋਟੇਨਿਊਜ਼। ਓਕੇ, ਇਹਨੂੰ ਆਰ ਲਿਖ ਲਓ। ਆਰ ਸਕੇਅਰ ਕਿਹਦੇ ਕੋਲ ਹੋ ਗਿਆ, ਐਕਸ ਸਕੇਅਰ ਪਲੱਸ ਵਾਈ ਸਕੇਅਰ, ਠੀਕ ਆ। ਇੱਥੇ ਮੈਂ ਆਰ ਸਕੇਅਰ ਲਿਖ ਸਕਦਾ ਇਹਦੀ ਜਗ੍ਹਾ, ਐਮ ਆਈ ਆਰ ਆਈ ਸਕੇਅਰ। ਹੁਣ ਦੇਖੋ ਜਿਹੜਾ ਆਰ ਆਈ ਸਕੇਅਰ ਆ ਨਾ, ਇਹ ਪਰਪੈਂਡੀਕੂਲਰ ਡਿਸਟੈਂਸ ਆ ਰਿਹਾ ਮਾਸ ਦਾ ਜਦੋਂ ਅਸੀਂ ਮੂਵਮੈਂਟ ਆਫ ਇਨਰਸ਼ੀਆ ਕੈਲਕੂਲੇਟ ਕਰ ਰਹੇ ਹਾਂ ਅਰਾਊਂਡ ਜ਼ੈਡ ਐਕਸਿਸ। ਇਹ 3 ਡਾਇਮੈਂਸ਼ਨਲ ਆ, ਇਹਨੂੰ ਕਰਕੇ ਦੇਖਣਾ, ਠੀਕ ਆ। ਐਕਸ ਵਾਈ ਜ਼ੈਡ, ਠੀਕ ਆ, ਇੱਦਾਂ ਹੀ ਹੋਏਗਾ ਨਾ। ਦੇਖੋ ਆ ਜ਼ੈਡ ਐਕਸਿਸ ਆ, ਜ਼ੈਡ ਐਕਸਿਸ ਆ, ਤੇ ਆਹ ਡਿਸਟੈਂਸ ਮਾਸ ਦਾ ਜ਼ੈਡ ਐਕਸਿਸ ਤੋਂ ਇਹ 90 ਡਿਗਰੀ ਐਂਗਲ ਬਣਾ ਰਿਹਾ, ਜਿਵੇਂ ਇੱਦਾਂ ਵਾ, ਇੱਦਾਂ ਨਾ, ਇੱਦਾਂ ਮਾਸ ਐਮ ਇੱਥੇ ਆ, ਇਹਦਾ ਜ਼ੈਡ ਤੋਂ ਪਰਪੈਂਡੀਕੂਲਰ ਡਿਸਟੈਂਸ ਕਿਹੜਾ ਹੋਏਗਾ, ਐਂ ਹੋਏਗਾ ਪਰਪੈਂਡੀਕੂਲਰ ਡਿਸਟੈਂਸ, ਆੜਾ ਹੈ 90 ਡਿਗਰੀ ਬਣਾ ਰਿਹਾ ਨਾ ਇੱਥੇ, 90 ਡਿਗਰੀ। ਮੇਰੇ ਕੋਲ ਬਲੂ ਆ, ਠੀਕ ਆ। ਇਹ ਪਰਪੈਂਡੀਕੂਲਰ ਡਿਸਟੈਂਸ ਕਿਹਦਾ ਵਾ, ਮਾਸ ਐਮ ਦਾ ਵਾ, ਜਦੋਂ ਅਸੀਂ ਮੂਵਮੈਂਟ ਆਫ ਇਨਰਸ਼ੀਆ ਫਾਈਂਡ ਕਰ ਰਹੇ ਹਾਂ ਅਬਾਊਟ ਦਾ ਜ਼ੈਡ ਐਕਸਿਸ। ਓਕੇ, ਸੋ ਦਿਸ ਇਜ਼ ਦਾ ਮੂਵਮੈਂਟ ਆਫ ਇਨਰਸ਼ੀਆ ਆਫ ਜ਼ੈਡ ਐਕਸਿਸ। ਸੋ ਇਹ ਜ਼ੈਡ ਆਈ ਜ਼ੈਡ ਦੇ ਇਕੁਅਲ ਆ ਗਿਆ, ਐਮ ਆਈ ਆਰ ਆਈ ਸਕੇਅਰ, ਠੀਕ ਆ। ਇਹ ਕਿਹਦਾ ਮੂਵਮੈਂਟ ਆਫ ਇਨਰਸ਼ੀਆ ਹੈਗਾ, ਜ਼ੈਡ ਐਕਸਿਸ ਦੇ ਅਰਾਊਂਡ। ਸੋ ਇਹ ਪ੍ਰੂਵ ਹੋ ਗਿਆ ਤੁਹਾਡਾ, ਠੀਕ ਹੈ ਜੀ। ਸੋ ਨੈਕਸਟ ਥਿਊਰਮ ਇਜ਼ ਥਿਊਰਮ ਆਫ ਪੈਰਲਲ ਐਕਸਿਸ, ਥਿਊਰਮ ਆਫ ਪੈਰਲਲ ਐਕਸਿਸ। ਫॉर एग्जांपल ਤੁਹਾਡੀ ਇਹ ਰਿਜਿਡ ਬੋਡੀ ਆ, ਐ ਠੀਕ ਆ, ਇਹ ਰਿਜਿਡ ਬੋਡੀ ਆ, ਠੀਕ ਆ। ਇਹਦਾ ਮੂਵਮੈਂਟ ਆਫ ਇਨਰਸ਼ੀਆ ਤੁਹਾਨੂੰ ਪਤਾ ਇਹ ਸੈਂਟਰ ਇਹ ਐਸ ਐਕਸਿਸ ਦੇ ਅਰਾਊਂਡ, ਤੇ ਇਹ ਐਕਸਿਸ ਕਿਹਦੇ ਚੋਂ ਪਾਸ ਕਰ ਰਿਹਾ, ਸੈਂਟਰ ਆਫ ਮਾਸ ਚੋਂ। ਕਿਹਦੇ ਚੋਂ ਪਾਸ ਕਰ ਰਿਹਾ, ਸੈਂਟਰ ਆਫ ਮਾਸ ਚੋਂ ਪਾਸ ਕਰ ਰਿਹਾ। ਇਹ ਐਕਸਿਸ ਸੈਂਟਰ ਆਫ ਮਾਸ ਚੋਂ ਪਾਸ ਕਰਨਾ ਚਾਹੀਦਾ। ਹੁਣ ਤੁਸੀਂ ਪੈਰਲਲ ਦੇ ਨਾਮ ਤੋਂ ਕਲੀਅਰ ਆ, ਇਹ ਸੈਂਟਰ ਆਫ ਮਾਸ ਚੋਂ ਪਾਸ ਕਰ ਰਿਹਾ। ਫॉर एग्जांपल ਇੱਕ ਐਕਸਿਸ ਇਹ ਆ, ਇਹ ਐਕਸਿਸ ਆ, ਠੀਕ ਆ। ਇਹਦੇ ਅਬਾਊਟ ਤੁਸੀਂ ਮੂਵਮੈਂਟ ਆਫ ਇਨਰਸ਼ੀਆ ਕੈਲਕੂਲੇਟ ਕਰਨਾ। ਇਹਨਾਂ 'ਚ ਡਿਸਟੈਂਸ ਕਿੰਨਾ ਹੈਗਾ ਜੀ, ਐਚ ਡਿਸਟੈਂਸ ਆ ਦੋਨਾਂ 'ਚ, ਤੇ ਇਹਦੇ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਇਹਦਾ ਕੈਲਕੂਲੇਟ ਕਰੋ ਕਿਹਦੇ ਕੋਲ ਆਏਗਾ, ਮੂਵਮੈਂਟ ਆਫ ਇਨਰਸ਼ੀਆ ਆਫ ਅਬਾਊਟ ਦ ਐਕਸਿਸ ਪਾਸਿੰਗ ਥਰੂ ਦ ਸੈਂਟਰ ਆਫ ਮਾਸ ਪਲੱਸ total mass of the body into square of distance between the these two parallel axes, okay, h। देखो हुण ए तुहाडा ਇਹਦੇ ਰਾਊਂਡ ਪਤਾ ਕਰਨਾ, ਇਹ ਤੁਹਾਡਾ ਇਹ ਹੋ ਗਿਆ, ਇਹ ਸੈਂਟਰ ਆਫ ਮਾਸ ਚੋਂ ਪਾਸ ਕਰ ਰਿਹਾ, ਸੈਂਟਰ ਆਫ ਮਾਸ ਚੋਂ ਪਾਸ ਕਰ ਰਿਹਾ, ਮਾਸ ਚੋਂ ਪਾਸ ਕਰਨਾ ਜਿਹੜਾ ਸੈਂਟਰ ਆਫ ਮਾਸ ਚੋਂ, ਫਿਰ ਹੀ ਤੁਸੀਂ ਲਗਾ ਸਕਦੇ ਹੋ ਥਿਊਰਮ ਆਫ ਪੈਰਲਲ ਐਕਸਿਸ। ਤੇ ਇਹਨਾਂ ਦੋਨਾਂ 'ਚ ਕਿੰਨਾ ਡਿਸਟੈਂਸ ਹੈਗਾ, ਐਚ। ਤੇ ਫਾਰਮੂਲਾ ਕੀ ਬਣ ਗਿਆ, ਆਈ ਏ ਬੀ ਇਹਦੇ ਅਬਾਊਟ ਪਤਾ ਕਰਨਾ ਇਜ਼ ਇਕੁਅਲ ਟੂ ਆਈ ਕੇ ਐਲ ਜੋ ਸੈਂਟਰ ਆਫ ਮਾਸ ਚੋਂ ਪਾਸ ਕਰਦਾ, ਪਲੱਸ ਮਾਸ ਆਫ ਦਾ ਬੋਡੀ, ਟੋਟਲ ਮਾਸ ਆਫ ਦਾ ਬੋਡੀ ਇਨਟੂ ਜਿੰਨਾ ਐਕਸਿਸ ਦੇ ਵਿੱਚ ਡਿਸਟੈਂਸ ਹੈਗਾ ਉਹਦਾ ਸਕੇਅਰ। ਇਹ ਤੁਹਾਡੀ ਹੈਗੀ ਥਿਊਰਮ ਆਫ ਪੈਰਲਲ ਐਕਸਿਸ। ਇਹਦੀ ਐਪਲੀਕੇਸ਼ਨ ਮੈਂ ਕਰਵਾਉਣਾ, ਬੜੀ ਇੰਟਰਸਟਿੰਗ ਐਪਲੀਕੇਸ਼ਨ ਹੈਗੀ ਇਹਦੀ, ਠੀਕ ਆ। ਸੋ ਇੰਨਾ ਪਤਾ ਲੱਗ ਗਿਆ। ਇਹ ਇਹਦੀ ਸਟੇਟਮੈਂਟ ਲਿਖੀ ਹੋਈ ਆ, ਜੋ ਮੈਂ ਤੁਹਾਨੂੰ ਬੋਲਿਆ ਇਹ ਉਹੀ ਆ। ਅਕੋਰਡਿੰਗ ਟੂ ਦ ਥਿਊਰਮ ਆਫ ਪੈਰਲਲ ਐਕਸਿਸ ਮੂਵਮੈਂਟ ਆਫ ਇਨਰਸ਼ੀਆ ਆਫ ਰਿਜਿਡ ਬੋਡੀ ਅਬਾਊਟ ਐਨੀ ਐਕਸਿਸ ਏ ਬੀ is equal to the movement of inertia of body about another axis KL passing through center of mass C of the body in a direction parallel to the AB। parallel होने चाहिए,
प्लस द प्रोडक्ट ऑफ टोटल मास ऑफ द बॉडी एंड स्केयर ऑफ द परपेंडिकुलर डिस्टेंस बिटवीन टू पैरेलल एक्सिस। हाँ परपेंडिकुलर डिस्टेंस दोनों पैरेलल एक्सिस दे विच एच स्केयर ए बी एंड के है। ओके सो ये तुहानूं प्रूफ करने की लोड़ नहीं है, तुसीं सीधी स्टेटमेंट याद रखनी है ਇਹਦੀ एप्लीकेशन पार्ट करावांगा। वैसे सिलेबस तुहाडे गिवन नहीं हैगा, डिलीट कर दिते गए ने टॉपिक, बट ये जरूरी ने। होर भी काफ़ी टॉपिक डिलीट किए मैं नहीं करावांगा, बट ये कराना बहुत जरूरी है। ठीक है, विच मैं क्वेश्चन भी पूछ सकदा। देखो सुनो, मैं तुहानूं पहलां ना मूवमेंट ऑफ इनर्शिया तुहानूं डेरीवेशन तुहानूं नहीं हैगी, डेरीवेशन तुहानूं सिर्फ समझाउण दे परपस तो हैगी आ। ठीक है, पहला करवाउण लगा मूवमेंट ऑफ इनर्शिया ऑफ ए थिन सर्कुलर रिंग किवें कीता गया मैं तुहानूं ये समझाउण लई, बट ये डेरीवेशन तुहाडे सिलेबस नहीं है, तुसीं डायरैक्ट दा फार्मूला याद रखना। ठीक है, चलो डेरीवेशन रहन नहीं दिंदे क्योंकि ये सिलेबस तुहाडे लिखा है डेरीवेशन नहीं तुहानूं करवाउणी। ठीक है, जिवें ए रिंग इदां एक्सिस ਉਹਦੇ सेंटर चों पास कर रहा। ठीक है, इस प्लेन दे परपेंडिकुलर है इस तरह। ठीक है, किहदे इक्वल होएगा एक्सिस दे राउंड मूवमेंट ऑफ इनर्शिया किहदे इक्वल हैगा एक्सिस नूं असीं कह दांगे वाई एक्सिस। इहदे राउंड कितना हैगा मूवमेंट ऑफ इनर्शिया एम मास आ रिंग दा, ये सेंटर चों पास कर रहे हैं ना, रेडियस आर आ रिंग दा एम इंटू आर स्केयर। हुण तुहानूं कोई कह दे जिवें केसिस बने हुए तुहाडी बुक ते भी बने हुए ने केसिस, तुसीं देखोगे मूवमेंट ऑफ इनर्शिया अबाउट डायमीटर। ठीक है, मूवमेंट ऑफ इनर्शिया अबाउट डायमीटर। ठीक है, और डायमीटर का तुसीं की करना आ तो पास कर रहे हैं ना, एक डायमीटर तुसीं इधर लै लो, एक डायमीटर तुसीं इधर लै लो, तिन्ने की हो गए परपेंडिकुलर हो गए। तुहानूं पता डायमीटर जो ये क्रॉस फाइंड करोगे डायमीटर ही है ना, तो इधर डायमीटर जिवें आप थ्योरम किहड़ी लगावांगे थ्योरम आपां थ्योरम ऑफ परपेंडिकुलर एक्सिस की होएगा आई एक्स प्लस आई वाई इज इक्वल टू आई जेड कीता ना थ्योरम। हुण वाई एक्सिस वाल आई डी प्लस आई डी मूवमेंट इनर्शिया अबाउट डायमीटर, डायमीटर इधर एक डायमीटर इधर परपेंडिकुलर ना एक दूजे दे दोनों। तीजा ये तिन्ने के आपस में परपेंडिकुलर है, परपेंडिकुलर थ्योरम लगा दी। ठीक है, सो डायमीटर दे राउंड दोनों डायमीटर या डायमीटर दोनों दे राउंड की मूवमेंट इनर्शिया सेम होना आई डी। ठीक है, कितना आ गया 2 आई डी, वाई एक्सिस तुहानूं पता कितना है एम इंटू आर स्केयर, तो डायमीटर दे राउंड कितना आ जाएगा एम आर स्केयर बाय 2। ये हैगी इहदी एप्लीकेशन परपेंडिकुलर थ्योरम की। ठीक है, हम देखो थर्ड केस आ मूवमेंट ऑफ इनर्शिया ऑफ ए रिंग अबाउट ए टेंजेंट इन इट्स प्लेन। ये कितना करोगे, मैं रिंग दे तुहानूं मैं करवा रहा, सिलेंडर दे तुसीं आप कर सॉरी सिलेंडर नहीं डिस्क दे तुसीं आप करने हैं। ठीक है, डिस्क का मूवमेंट ऑफ इनर्शिया अबाउट परपेंडिकुलर एक्सिस होंदा एम आर स्केयर बाय 2। ठीक है, हुण देखो टेंजेंट किवें होएगा, हुण तुहानूं इहदे डायमीटर दे राउंड भी पता वा मूवमेंट ऑफ इनर्शिया। ठीक है, मतलब डायमीटर दे राउंड पता ना, हुण कहंदा टेंजेंट तो रिंग दा इदां ही होगा, इनमें कह लेना जेड डैश कह लेना। हुण ये सेंटर चों पास कर रहे हैं ना रिंग दे, तो रिंग दा सेंटर ऑफ मास भी सेंटर च हुंदा ना, ये पैरेलल वाली हो गई ना। जो देखो आ सेंटर चों पास कर रहा एक इधर, दोनों पैरेलल हो गए, तो ਇਹਦੇ राउंड कितना पता करेंगे ਇਹਦਾ मूवमेंट ऑफ इनर्शिया ਜਿਹੜਾ एक्सिस सेंटर चो दोनों पैरेलल होने चाहिए पहला पैरेलल आ। ਹੁਣ सेंटर ऑफ मास चो पास कर रहा एक्सिस ਇਹਦੇ मूवमेंट ऑफ इनर्शिया प्लस मास ऑफ रिंग इंटू जिन्ना इन्हां 'ਚ डिस्टेंस हैगा। ਹੁਣ ਇਹਨਾਂ 'ਚ कितना डिस्टेंस हैगा आर, सो आएगा ही डायमीटर दे राउंड किहदा मूवमेंट ऑफ इनर्शिया आई जेड डैश किहदे कोल हो जाएगा मूवमेंट ऑफ इनर्शिया अबाउट सेंटर ऑफ मास ਉਹਦੇ वाला पैरेलल थ्योरम करवाई ना थ्योरम ऑफ पैरेलल एक्सिस आई डी प्लस एम टोटल मास एम इंटू कितना डिस्टेंस इन्हां 'ਚ परपेंडिकुलर आर ਉਹਦਾ स्केयर।
ਹੁਣ ਇਹਦੇ ਰਾਊਂਡ ਕਿੰਨਾ ਸੀ m r ਸਕੁਅਰ ਬਾਈ 2 प्लस m r ਸਕੁਅਰ z f ਦੇ ਰਾਊਂਡ ਕਿੰਨਾ ਹੋ ਗਿਆ 3m r ਸਕੁਅਰ ਬਾਈ 2। ठीक है जी स्टूडेंट लग गई समझ। सो नेक्स्ट है मूवमेंट ऑफ इनर्शिया अबाउट टेंजेंट परपेंडिकुलर टू इट्स प्लेन रिंग के प्लेन के परपेंडिकुलर हो टेंजेंट किवें आ तुसीं इहनूं पहला रिंग लैके ना प्रॉपर इहनूं करना तुसीं ऐदां टेंजेंट अगे वो असीं कर रहे ही प्लेन टेंजेंट प्लेन दे विच है ना रिंग दे हुण उहदे प्लेन दे परपेंडिकुलर मतलब टेंजेंट किदां इदां रिंग दे परपेंडिकुलर होऊगा। ਹੁਣ ਇਹਦੇ ਰਾਊਂਡ ਕਿੱਦਾਂ ਫਾइंड ਕਰਾਂਗੇ ਆਪਾਂ ਨੂੰ ਪਤਾ ਸੀ ਨਾ y ਐਕਸਿਸ ਦੇ y ਡੈਸ਼ ਦੇ ਰਾਊਂਡ ਹੈ ਨਾ ਜਿਹੜਾ ਇਹਦਾ ਇਦਾਂ ਹੀ ਮੈਂ ਇਦਾਂ ਕਰ ਦੇਣਾ ਇਹ ਸੈਂਟਰ 'ਚ ਇਹਦੇ ਰਾਊਂਡ ਪਤਾ ਕਰਨਾ ਹੁਣ ਅਸੀਂ ਇਹਦਾ ਇਹ ਮਤਲਬ ਆ ਰਿੰਗ ਆ ਇੱਥੇ ਨਹੀਂ ਤੁਹਾਨੂੰ ਪਤਾ ਲੱਗਣਾ ਠੀਕ ਆ। ਹੁਣ ਇਹ ਦੋਨੋਂ ਕੀ ਹੋ ਗਏ ਪੈਰਲਲ ਨਾ ਇਹਦੇ ਰਾਊਂਡ ਤੁਹਾਨੂੰ ਪਤਾ ਕਿੰਨਾ ਸੀ m × r ਸਕੁਅਰ ਹੀ ਕਿਹੜੀ ਥਿਊਰਮ लगावांगे पैरेलल के परपेंडिकुलर पैरेलल ना दोनों की आ जाएगा एदा मूवमेंट ऑफ इनर्शिया जो सेंटर मास च पास कर रहा प्लस टोटल मास ऑफ द रिंग इनटू जिन्होंने परपेंडिकुलर डिस्टेंस ऑफ द स्क्वायर कितना आ जाएगा इन मैं नाम दे दा की दे ये नाम इनू पी क्यू दे लो नाम पी क्यू इज इक्वल टू आई वाई डैश प्लस m × r स्क्वायर क्योंकि इन्होंने कितना डिस्टेंस है r ये कितना है m r स्क्वायर प्लस है कितना है m r स्क्वायर कितना है 2m × r स्क्वायर ठीक है जी। सो नैक्सट है जी तुहाडा तुसीं की करना तुहाडी असाइनमेंट ये आ तुसीं नैक्सट मूवमेंट ऑफ इनर्शिया के फॉर्मूले तुसीं आपे करने हैं ठीक है वो डेरीवेशन नहीं करनी सिर्फ फॉर्मूले लिखने हैं। मूवमेंट ऑफ इनर्शिया ऑफ ए यूनीफॉर्म सर्कुलर डिस्क वो टेंजेंट के राउंड जिदा मैं केसिस बनाए अबाउट डायमीटर भी करना वा ठीक है थ्योरम्स यूज़ करके। फिर मूवमेंट ऑफ इनर्शिया ऑफ ए थिन यूनीफॉर्म रॉड डेरीवेशन नहीं करनी डायरैक्ट फार्मूला के नाम ठीक है मैं दस देना तो बुक तो यह बुक मेरे को अज कोई होर है ठीक है दूजी बुक मेरे को घरे ही प्रदीप की उत्ते भी इदा ही दिता ठीक है मेरे को अवेलेबल ही मैं तो इतों दसन लगा ਇਹ ਤੁਹਾਡਾ ਹੈਗਾ मूवमेंट ऑफ इनर्शिया ऑफ यूनीफॉर्म सर्कुलर डिस्क एंड एक्सिस ਜਿਹੜਾ परपेंडिकुलर डिस्क ਦੇ डिस्क इंज ਆ ਉਹਦੇ परपेंडिकुलर एस एक्सिस ਦੇ अराउंड कितना हाफ m × r स्क्वायर। ਹੁਣ ਇਸੇ ਤਰ੍ਹਾਂ ਇਹਨੂੰ यूज़ करके ਤੁਸੀਂ डेरीवेशन नहीं करनी डेरीवेशन ਤੁਹਾਡੇ सिलेबस 'ਚ नहीं हैगी ਤੁਸੀਂ ਇਹ अबाउट डायमीटर फाइंड करने यूजिंग द थ्योरम्स ठीक है ਇਹ ਸਾਰੇ ਕੇਸ ਤੁਸੀਂ ਆਪ ਕਰਨੇ ਆ ठीक है ਤੁਹਾਨੂੰ ਦੱਸਿਆ ਮੈਂ ਕਿਵੇਂ ਕਰਨਾ। ਨੈਕਸਟ ਹੈਗਾ मूवमेंट ऑफ इनर्शिया ऑफ ए थिन यूनीफॉर्म रॉड ए रॉड ये सेंटर चो ए रॉड ये परपेंडिकुलर एक्सिस इंज सेंटर चो पास कर रहा वो राउंड कितना मूवमेंट ऑफ इनर्शिया है m × l स्क्वायर ओवर 12 m मास का रॉड का l वो टोटल लेंथ वो स्क्वायर ओवर 12 ठीक है जी। आ दूजे एंड से तुम फाइंड कर सकते हैं तुहानूं पता कि थ्योरम लगा के तुहानूं पता ही है जो एक एंड से करोगे तो वह कितना आ जाएगा m l स्क्वायर बाय 3 जिवें एक एंड रॉड आ तुहाडी इस एंड से तुसीं ये एक्सिस है इस एंड से ये राउंड का मूवमेंट ऑफ इनर्शिया फाइंड करना कितना आ जाएगा m l स्क्वायर बाय 3 ठीक है। हुण मूवमेंट ऑफ इनर्शिया ऑफ ए सिलेंडर कितना होएगा ऐ तुहाडा सिलेंडर वो सेंटर चो पास कर रहा एक्सिस ठीक है एक्सिस वो सेंटर चो पास कर रहा यह सिलेंडर एक्सिस के सेंटर चो पास कर रहा ये राउंड कितना मूवमेंट ऑफ इनर्शिया होएगा m कितना होएगा m × r स्क्वायर। ये फॉर्मूले याद रखने तुसीं डायरैक्ट तुहानूं पूछ सकदा मैं न्यूमेरिकल ठीक है m × r स्क्वायर ठीक है। सो ये तुसीं इहदे डायरैक्ट फॉर्मूले याद रखने आ। ਹੁਣ सॉलिड स्फीयर का कितना आएगा मूवमेंट ऑफ इनर्शिया एक्सिस याद रखना कि एक्सिस के राउंड तुसीं फाइंड कर रहे हो ये कितना हैगा 2/5
2/5 m into r square। ਬੁੱਕ ਦੀ ਗਿਵਨ ਆ ਤੁਹਾਡੀ, ਠੀਕ ਆ, ਮੈਂ ਤੁਹਾਨੂੰ ਫੋਟੋ ਵੀ ਖਿੱਚ ਕੇ ਪਾ ਦਾਂਗਾ। ਤੇ ਇਸ ਦੇ ਨਾਲ ਤੁਹਾਡਾ ਚੈਪਟਰ ਕੀ ਹੁੰਦਾ ਕੰਪਲੀਟ। ਇਹਦੀ ਮੈਂ ਅਸਾਈਨਮੈਂਟ ਬਹੁਤ ਛੇਤੀ ਤੁਹਾਨੂੰ ਇਹਦੀ ਦੇਵਾਂਗਾ ਅਸਾਈਨਮੈਂਟ, ਠੀਕ ਆ, ਉਹ ਤੁਸੀਂ ਸੋਲਵ ਕਰਨੀ ਹੈ। ਜੇ ਤੁਸੀਂ ਅਸਾਈਨਮੈਂਟ ਸੋਲਵ ਕਰ ਲਈ ਮਤਲਬ ਤੁਹਾਡਾ ਚੈਪਟਰ ਕੰਪਲੀਟ ਹੋ ਗਿਆ, ਠੀਕ ਆ। ਟੌਪਿਕ ਹੋਰ ਵੀ ਹੈਗੇ ਆ, ਮੈਂ ਕਹਿੰਦਾ ਹੈਗੇ ਆ, ਮੈਂ ਤੁਹਾਨੂੰ ਨੋਟਸ ਸੈਂਡ ਕਰ ਦਾਂਗਾ। ਤੁਸੀਂ ਮੈਨੂੰ ਦੱਸਣਾ ਕਿ ਉਹ ਟੌਪਿਕ ਤੁਹਾਨੂੰ ਕਰਵਾਉਣੇ ਚਾਹੀਦੇ ਕਿ ਨਹੀਂ। ਜੇ ਤੁਸੀਂ ਕਹੋਗੇ ਕਿ ਕਰਵਾਉਣੇ ਆ, ਠੀਕ ਆ, ਮੈਂ ਕਰਵਾ ਦਾਂਗਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਇਹਦੇ ਨਾਲ ਤੁਹਾਡਾ ਸਿਲੇਬਸ ਕੰਪਲੀਟ ਆ। ਪ੍ਰੈਕਟੀਕਲ ਰਹਿੰਦੇ ਆ 2-3, ਉਹ ਵੀ ਮੈਂ ਕਰਵਾ ਦਾਂਗਾ 1-2 ਦਿਨਾਂ 'ਚ, ਠੀਕ ਆ। ਰੀਡਿੰਗਸ ਤੁਹਾਨੂੰ ਭੇਜ ਦਾਂਗਾ।